ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸਿਮੀ ਧਾਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦੇਸ਼ ਵਿਦੇਸ਼ ਦੀਆਂ ਖਬਰਾਂ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਤਰਨਤਾਰਨ ਬੰਬ ਧਮਾਕੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ। ਦੋਸ਼ੀਆਂ ਨੇ ਬਣਾਈ ਸੀ ਸੁਖਬੀਰ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਸਕੀਮ। ਮੋਦੀ ਦੇ ਲੱਗੇ ਗੰਭੀਰ ਆਰੋਪ, ਆਪਣਿਆਂ ਨੇ ਹੀ ਖੋਲਿਆ ਮੋਰਚਾ। ਧਰਮ ਵਿਚਕਾਰ ਲਟਕੀ ਰਾਜੂਆਣਾ ਦੀ ਸਜ਼ਾ। बीजेपी ਤੇ ਅਕਾਲੀ ਦਲ ਦੀ ਇੱਕ ਵਾਰ ਫਿਰ ਪਈ ਜੱਫੀ। ਸੁਖਬੀਰ ਬਾਦਲ ਤੇ ਅਮਿਤ ਸ਼ਾਹ ਦੀ ਜੱਫੀ ਨਹੀਂ ਹੋ ਰਹੀ ਪੰਜਾਬ ਦੇ ਵਰਕਰਾਂ ਨੂੰ ਹਜ਼ਮ। ਕੋਟਕਪੂਰਾ 'ਚ ਹੋਈ ਸ਼ਰੇਆਮ ਗੁੰਡਾਗਰਦੀ। ਦਿਨ ਦਿਹਾੜੇ ਦੋ ਗੁੰਡਿਆਂ ਨੇ ਝੰਬੇ ਪੱਤਰਕਾਰ। ਭਗਵੰਤ ਮਾਨ ਦਾ ਲੀਡਰ ਉਤਰਿਆ ਮੀਡੀਆ ਦੇ ਹੱਕ 'ਚ, ਮਾਰੀਆਂ ਕੈਪਟਨ ਨੂੰ ਸ਼ਬਦੀ ਚਪੇੜਾਂ। किसान नेता मनजीत सिंह धनेर ਦੇ ਹੱਕ 'ਚ ਉਤਰਿਆ ਠਾਠਾ ਮਾਰਦਾ। ਔਰਤਾਂ ਦਾ ਇਕੱਠ, ਜੇਲ੍ਹ ਦੇ ਬਾਹਰ ਧਰਨੇ ਦੀ ਕਮਾਂਡ ਸੰਭਾਲੀ ਪੰਜਾਬ ਦੀਆਂ ਔਰਤਾਂ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਤਰਨਤਾਰਨ ਬੰਬ ਧਮਾਕੇ 'ਚ ਨਵਾਂ ਤੇ ਸਨਸਨੀਖੇਜ਼ ਖੁਲਾਸਾ ਇਹ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਾਲਿਸਤਾਨੀਆਂ ਦੇ ਨਿਸ਼ਾਨੇ ਤੇ ਨੇ। ਜੀ ਹਾਂ, ਜਾਂਚ ਸਾਹਮਣੇ ਆਇਆ ਕਿ ਖਾਲਿਸਤਾਨੀਆਂ ਨੇ ਉਹਨਾਂ ਤੇ ਹਮਲਾ ਕਰਨ ਦੀ ਵੱਡੀ ਯੋਜਨਾ ਬਣਾਈ ਸੀ। ਇਹ ਖੁਲਾਸਾ ਪਿਛਲੇ ਦਿਨੀ ਹਥਿਆਰਾਂ ਨਾਲ ਫੜੇ ਗਏ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਕੀਤਾ। ਇਹਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਕੌਮੀ ਜਾਂਚ ਏਜੰਸੀ ਕਰ ਰਹੀ ਹੈ। ਜਾਂਚ ਵਿੱਚ ਨਿਤ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਫਿਲਹਾਲ ਇਸ ਖਬਰ ਨੇ ਪੂਰੀ ਸਿਆਸਤ 'ਚ ਖਲਬਲੀ ਮਚਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਬਾਦਲ ਪਰਿਵਾਰ ਪੂਰੀ ਤਰ੍ਹਾਂ ਬੁਖਲਾ ਗਿਆ। ਉਹ ਖੁਲਾਸਾ ਹੈ ਉਹਨਾਂ ਦੀ ਜਾਨ ਨੂੰ ਖਤਰਾ। ਜੀ ਹਾਂ, ਸੁਖਬੀਰ ਸਿੰਘ ਬਾਦਲ ਖਾਲਿਸਤਾਨੀਆਂ ਦੇ ਨਿਸ਼ਾਨੇ ਤੇ ਨੇ। ਉਹਨਾਂ ਉੱਪਰ ਹਮਲਾ ਕਰਨ ਦੀ ਵੱਡੀ ਯੋਜਨਾ ਬਣਾਈ ਗਈ ਹੈ। ਇਹ ਖੁਲਾਸਾ ਪਿਛਲੇ ਦਿਨੀ ਹਥਿਆਰਾਂ ਨਾਲ ਫੜੇ ਗਏ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਕੀਤਾ। ਇਹਨਾਂ ਮੁਲਜ਼ਮਾਂ ਤੋਂ ਪੁੱਛਗਿੱਛ IIA ਕਰ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਜਾਂਚ 'ਚ ਨਿਤ ਨਵੀਆਂ ਪਰਤਾਂ ਖੁੱਲ ਰਹੀਆਂ ਨੇ ਜੋ ਸਭ ਨੂੰ ਹੈਰਾਨ ਪਰੇਸ਼ਾਨ ਕਰ ਰਹੀਆਂ ਨੇ। ਜਿਵੇਂ ਕਿ ਹੁਣ ਬਾਦਲ ਪਰਿਵਾਰ। ਮਿਲੀਆਂ ਮੀਡੀਆ ਰਿਪੋਰਟਾਂ ਮੁਤਾਬਿਕ ਜ਼ਿਕਰਯੋਗ ਗੱਲ ਇਹ ਹੈ ਕਿ ਨੌਜਵਾਨ ਬੇਅਦਬੀ ਦੀਆਂ ਵਾਰਦਾਤਾਂ ਲਈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਮੁੱਖ ਤੌਰ ਤੇ ਕਸੂਰਵਾਰ ਸਮਝਦੇ ਨੇ। ਇਸ ਕਰਕੇ ਉਹ ਬੰਬਾਂ ਨਾਲ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਤਾਕ 'ਚ ਸਨ। ਉਹ ਕਈ ਹੋਰ VIPs ਨੂੰ ਵੀ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇੱਥੋਂ ਤੱਕ ਕਿ ਉਹ ਕਿਸੇ ਧਾਰਮਿਕ ਸੰਸਥਾ ਵੱਲੋਂ ਕੀਤੇ ਜਾਣ ਵਾਲੇ ਇਕੱਠ ਨੂੰ ਵੀ ਨਿਸ਼ਾਨਾ ਬਣਾਉਣ ਦੀ ਤਾਕ 'ਚ ਸੀ। ਦੱਸਣਾ ਬਣਦਾ ਹੈ ਕਿ ਤਕਰੀਬਨ 1 ਮਹੀਨਾ ਪਹਿਲਾਂ ਤਰਨਤਾਰਨ ਖਡੂਰ ਸਾਹਿਬ ਸੜਕ ਦੇ ਪੈਂਡੇ ਪਿੰਡ ਕਲੇਰ ਦੇ ਖੇਤਾਂ 'ਚ ਬੰਬ ਧਮਾਕਾ ਹੋਇਆ ਸੀ ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਹੋਈ ਸੀ ਤੇ ਇੱਕ ਨੇ ਆਪਣੀਆਂ ਅੱਖਾਂ ਗਵਾ ਦਿੱਤੀਆਂ ਸੀ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਬੰਬ ਤਿਆਰ ਕੀਤਾ ਜੋ ਫਟ ਗਿਆ। ਪੁਲਿਸ ਨੇ ਜਾਂਚ ਕਰਕੇ 7 ਜਣਿਆਂ ਨੂੰ ਅਦਾਲਤ 'ਚ ਪੇਸ਼ ਕੀਤਾ। ਇਸ ਕਾਂਡ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਵਿੱਚ ਖੁਲਾਸਾ ਹੋਇਆ ਕਿ ਉਹਨਾਂ ਨੇ ਬੰਬ ਬਣਾਉਣ ਲਈ ਵਿਸਫੋਟਕ ਸਮੱਗਰੀ ਸਲਫਰ ਤੇ ਪੋਟਾਸ਼ੀਅਮ ਕਲੋਰੇਟ ਅੰਮ੍ਰਿਤਸਰ ਤੋਂ ਲਿਆਂਦੀ ਸੀ। ਉਸ ਨੂੰ ਉਹਨਾਂ ਨੇ ਪਿੰਡ ਕਲੇਰ ਦੇ ਖੇਤਾਂ ਵਿੱਚ ਦਬਾ ਕੇ ਰੱਖਿਆ ਹੋਇਆ ਸੀ। ਮੁਲਜ਼ਮਾਂ ਦੇ ਵਿਦੇਸ਼ਾਂ ਵਿਚਾਲੇ ਖਾਲਿਸਤਾਨ ਪੱਖੀਆਂ ਨਾਲ ਸੰਬੰਧ ਸੀ। ਇਸ ਮਾਮਲੇ ਦੇ ਮੁਲਜ਼ਮ ਗੁਰਜੰਟ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ NIA ਵੱਲੋਂ ਹਿਰਾਸਤ 'ਚ ਲੈਣ ਨਾਲ ਸਥਿਤੀ ਹੋਰ ਵੀ ਸਪਸ਼ਟ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹੋਰ ਇਸ ਮਾਮਲੇ ਵਿੱਚ ਕੀ ਪਰਤਾਂ ਖੁੱਲਦੀਆਂ ਨੇ ਤੇ ਹੋਰ ਕਿਹੜੇ ਪਰਦੇ ਫਾਸ਼ ਹੁੰਦੇ ਨੇ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਬੇਟੇ ਨੂੰ ਗੁਰਦਾਸਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਣਨ ਤੋਂ ਬਾਅਦ ਉਹਨਾਂ ਦੀ ਤਾਜਪੋਸ਼ੀ ਕਰ ਕੁਰਸੀ ਤੇ ਬਿਠਾਉਣ ਆਏ ਸੀ। ਇਸ ਮੌਕੇ ਰੰਧਾਵਾ ਨੇ ਸੁਖਬੀਰ ਸਿੰਘ ਬਾਦਲ ਤੇ ਕਈ ਤਿੱਖੇਵਾਰ ਕੀਤੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਾਲ ਉਹਨਾਂ ਦਾ ਕੋਈ ਮਤਭੇਦ ਨਹੀਂ, ਉਹਨਾਂ ਦਾ ਮਤਭੇਦ ਹੈ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨਾਲ। ਉਹਨਾਂ ਮੁਤਾਬਕ ਕਰਤਾਰਪੁਰ ਸਾਹਿਬ ਤੇ ਆ ਕੇ ਜੇ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੀ ਗੱਲ ਕਰੇਗਾ ਤਾਂ ਉਹ ਬਰਦਾਸ਼ਤ नहीं की जाएगी। मेरा श्रोमणी कमेटी नाल कोई मतभेद नहीं, मतभेद है तां श्रोमणी अकाली दल नाल। करतारपुर साहब आके जे सुखबीर बादल श्रोमणी कमेटी दी गल करेगा तां ओह बर्दाश्त नहीं की जाएगी। यह तिखी बयानबाजी की है कैबिनेट मंत्री सुखजिंदर सिंह रंधावा। पहला देखो ते सुनो सुखजिंदर सिंह रंधावा ਵੱਲੋਂ ਕੀਤੀ ਸੁਖਬੀਰ ਬਾਦਲ ਦੀ ਵਿਅੰਗਮਈ ਤਾਰੀਫ। ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕੋਈ ਮਤਭੇਦ ਨਹੀਂ ਗੇ। ਮਤਭੇਦ ਸ਼੍ਰੋਮਣੀ ਅਕਾਲੀ ਦਲ ਨਾਲ ਅਕਾਲੀ ਦਲ ਨਾਲ ਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਦੇ ਵੀ ਆਪਣੇ ਮਤਭੇਦ ਸਰਕਾਰ ਨੇ ਨਹੀਂ ਰੱਖੇ। ਸਿਰਫ ਉੱਥੇ ਮਤਭੇਦ ਆ ਜੇ ਡੇਰਾ ਬਾਬਾ ਨਾਨਕ ਆ ਕੇ ਸੁਖਬੀਰ ਬਾਦਲ SGPC ਦੀ ਗੱਲ ਕਰੇਗਾ ਉਹ ਕਦੀ ਬਰਦਾਸ਼ਤ ਨਹੀਂ ਹੋਏਗੀ ਕਿਉਂਕਿ ਇਹ ਇੱਕ ਅਕਾਲੀ ਇਹ ਇੱਕ ਗਰੁੱਪ ਆ, ਇੱਕ ਪਾਰਟੀ ਆ। ਜੇ ਇੱਕ ਪਾਰਟੀ ਜਿਹੜੀ ਆ ਕਬਜ਼ਾ ਕਰਨੀ ਚਾਹੁੰਦੀ ਆ ਉਹ ਕਬਜ਼ਾ ਜਿਹੜਾ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ। ਜੇ ਅਕਾਲੀ ਦਲ ਦਾ ਪ੍ਰੈਜ਼ੀਡੈਂਟ ਉਹ ਸਟੇਜ 'ਤੇ ਕਹਿੰਦਾ ਕਿ ਸਾਡੇ ਕੋਲ ਕਬਜ਼ਾ ਹੋਣਾ ਚਾਹੀਦਾ, ਉਹਦੇ ਉੱਤੇ BJP ਦੇ ਪ੍ਰਧਾਨ ਸਾਹਿਬਾਨ ਵੀ ਬੈਠਣਗੇ ਨਾਲ। ਉਹਦੇ 'ਚ ਆਮ ਆਦਮੀ ਪਾਰਟੀ ਵੀ, ਉਹਦੇ 'ਚ LIP ਜਿਹੜੀ ਲੇਪੇ ਆ ਉਹਦਾ ਵੀ ਪ੍ਰਧਾਨ ਬੈਠੇਗਾ। ਉਹਦੇ 'ਚ
बाकी CPI CPM ਜਾਂ ਜਿੰਨੀਆਂ ਵੀ ਪਾਰਟੀਆਂ ਨੇ ਬਹੁਜਨ ਸਮਾਜ ਪਾਰਟੀ ਉਹ ਮੈਂ ਕਿਹਾ ਸੀ ਜਦੋਂ ਉਸ ਵੇਲੇ ਗਿਆ ਸੀ ਕਿ ਸਾਰੇ ਬੈਠਣਗੇ। ਇਹ ਸਰਬ ਸਾਂਝੀ ਵਾਲਤਾ ਦਾ ਉਦੇਸ਼ ਹੈ, ਇਕੱਲਾ ਅਕਾਲੀ ਦਲ ਦਾ ਨਹੀਂ। ਇਹ ਚੀਜ਼ ਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਇਹਨੂੰ ਅਕਾਲੀ ਦਲ ਹਾਈਜੈਕ ਥਰੂ ਇਹ ਪ੍ਰੋਕਸੀ ਉਹਨਾਂ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਬਣੋ, ਸਿੱਖਾਂ ਦੇ ਨੁਮਾਇੰਦੇ ਬਣੋ, ਨਾ ਕਿ ਸੁਖਬੀਰ ਬਾਦਲ ਦੇ। ਤੁਸੀਂ ਸੁਣਿਆ ਕਿਵੇਂ ਸੁਖਜਿੰਦਰ ਸਿੰਘ ਰੰਧਾਵਾ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ 550 ਸਾਲਾ ਪ੍ਰਕਾਸ਼ ਪੁਰਬ ਤੇ ਕਰਵਾਏ ਜਾ ਰਹੇ ਸਾਰੇ ਸਮਾਗਮਾਂ ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਹੈ ਤੇ ਇਹ ਉਹਨਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਨਾਲ ਹੀ ਉਹਨਾਂ ਨੇ ਰੋਪੜ ਜੇਲ੍ਹ ਤੋਂ ਵਾਇਰਲ ਹੋਈ ਵੀਡੀਓ ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਹੋਈ ਆ ਉਹ ਬੰਦਾ ਇਸ ਵੇਲੇ ਪਰੋਲ ਤੇ 1 ਮਹੀਨੇ ਤੋਂ, ਉਹਦੀ ਕੱਲ੍ਹ ਦੀ ਮੈਂ ਭੇਜ ਦਿੱਤਾ ਕਿ ਇਹਨੂੰ ਵੇਖੋ ਕੀ ਆ ਤੇ ਉਹਦੇ ਤੇ ਜਿਹੜੇ ਕੋਈ ਇੰਪਲਾਈਜ਼ ਵੀ ਹੋਣਗੇ ਉਹਨਾਂ ਤੇ ਵੀ ਸਖਤ ਐਕਸ਼ਨ ਲਿਆ ਜਿਵੇਂ ਪਹਿਲਾਂ ਲੈਂਦਾ ਰਿਹਾ। ਤੇ ਪੁਲਿਸ ਕੋਲ ਕੇਸ ਰਜਿਸਟਰ ਹੈ। ਜੇ ਇਸ ਬੰਦੇ ਦੀ ਇਹਦੇ ਜਿਹੜੇ ਮੋਬਾਈਲ ਨੇ ਉਹਨਾਂ ਨੂੰ ਵੀ ਕਿਹਾ ਕਿ ਇਹਦੇ ਮੋਬਾਈਲ ਨੰਬਰ ਜਿਹੜੇ ਨੇ ਉਹ ਵੇਖੋ ਕਿ ਕੌਣ ਕਿੱਥੇ ਗੱਲਾਂ ਕਰਦਾ, ਕਿੱਥੋਂ ਇਹ ਕਰ ਰਿਹਾ। ਇਹ ਸਾਰੀ 1-2 ਦਿਨਾਂ 'ਚ ਸਾਡੇ ਕੋਲ ਪਿਕਚਰ ਕਲੀਅਰ ਹੋ ਜਾਏਗੀ। ਦੱਸਣਾ ਬਣਦਾ ਹੈ ਕਿ ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ ਬੇਟੇ ਰਵਿਨੰਦਨ ਸਿੰਘ ਬਾਜਵਾ ਨੂੰ ਗੁਰਦਾਸਪੁਰ ਤੋਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਣਨ ਤੋਂ ਬਾਅਦ ਅੱਜ ਉਹਨਾਂ ਦੀ ਤਾਜਪੋਸ਼ੀ ਕਰ ਕੁਰਸੀ ਤੇ ਬਿਠਾਉਣ ਮੌਕੇ ਕਹੀਆਂ। ਜਦੋਂ ਤੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ 'ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ ਹੋਣ ਦੀ ਗੱਲ ਸਾਹਮਣੇ ਆਈ ਹੈ, ਉਦੋਂ ਤੋਂ ਹੀ ਇਸ ਮਾਮਲੇ ਨੇ ਪੂਰੇ ਪੰਜਾਬ 'ਚ ਖਲਬਲੀ ਮਚਾ ਰੱਖਿਆ। ਜਿੱਥੇ ਇਸ ਮਾਮਲੇ ਨੂੰ ਲੈ ਕੇ ਸਿੱਖ ਮੋਦੀ ਸਰਕਾਰ ਦੇ ਗੁਣ ਗਾ ਰਹੇ ਨੇ, ਉੱਥੇ ਹੀ ਕਾਫੀ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਨੇ। ਜਿਹਦੇ ਚੱਲਦਿਆਂ ਲੁਧਿਆਣਾ ਦੇ ਸਮਰਾਲਾ ਚੌਂਕ 'ਚ ਸ਼ਿਵ ਸੈਨਾ ਹਿੰਦ ਵੱਲੋਂ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਤੇ ਰਾਜੋਆਣਾ ਦੇ ਖਿਲਾਫ ਰੋਸ ਨੁਮਾਇਸ਼ ਕੀਤੀ ਗਈ। ਦੇਖੋ ਪੂਰੀ ਰਿਪੋर्ट। आतंकवादी राजोआणा जिसने साबका मुख्यमंत्री की हत्या की, मोदी सरकार कुछ वोटां दे लालच च उसकी सज़ा माफ़ कर रही है, पर असी राजोआणा की फांसी की सज़ा मुआफ नहीं होण देवांगे। यह कहना है शिव सेना हिंद के जिला प्रधान अमित अरोड़ा का। जी हाँ, बीते दिन जदों तो साबका मुख मंत्री बेअंत सिंह के कतल केस च सज़ा कट रहे बलवंत सिंह राजोआणा की फांसी की सज़ा मुआफ होने की गल सामने आई है, उदों तो ही इस मामले ने पूरे पंजाब च खलबली मचा रखी है। जिथे इस मामले नूं लैके सिख मोदी सरकार दे गुण गा रहे ने, उत्थे ही काफ़ी लोग इसका विरोध भी कर रहे ने ते राजोआणा दे नाल नाल मोदी सरकार नूं भी खूब भंड रहे ने। जिसदे चलदे लुधियाना दे समराला चौंक च शिव सेना हिंद वल्लों मोदी सरकार ते राजोआणा दे खिलाफ रोस नुमाइश की गई ते सरकार नूं आगाह किया गया कि पंजाब च शांति बरकरार रहे ते आतंकवाद ना फैल सके। इस मौके प्रदर्शनकारी संदीप वर्मा ने अपना पक्ष मीडिया सामने रखा। राजोआणा आतंकी को फांसी दो, फांसी दो, फांसी दो, आतंकी हवारा को फांसी दो, मुर्दाबाद, 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 आतंकवाद मुर्दाबाद, मुर्दाबाद। ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ, ਸਾਡਾ ਪ੍ਰੋਗਰਾਮ ਤੇ ਇਹ ਸੀ ਕਿ ਅਸੀਂ ਇਹਦਾ ਪੁਤਲਾ ਫੂਕਿਆ ਜਾਵੇ ਖਾਲਿਸਤਾਨ ਦਾ, ਪਰ ਪ੍ਰਸ਼ਾਸਨ ਵੱਲੋਂ ਦਬਾਅ ਕਰਕੇ ਸਾਨੂੰ ਪੁਤਲਾ ਨਹੀਂ ਫੂਕਣ ਦਿੱਤਾ ਗਿਆ। ਕਿਉਂਕਿ ਜਿਹੜਾ ਬਲਵੰਤ ਸਿੰਘ ਰਾਜੋਆਣਾ ਜਿਹਨੂੰ ਫਾਂਸੀ ਦੀ ਸਜ਼ਾ ਹੋਣੀ ਸੀ ਔਰ ਕਾਫੀ ਟਾਈਮ ਤੋਂ ਜੇਲ੍ਹ ਦੇ ਵਿੱਚ ਆਤੰਕਵਾਦੀ ਸੀ ਇਹ, ਔਰ ਮੋਦੀ ਸਰਕਾਰ ਨੂੰ ਇਹ ਚਾਹੀਦਾ ਨਹੀਂ ਸੀ। ਮੋਦੀ ਸਰਕਾਰ ਤੇ ਸਾਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਉਹ ਇਹਦੀ ਜਿਹੜੀ ਫਾਂਸੀ ਦੀ ਸਜ਼ਾ ਕੈਂਸਲ ਕਰਕੇ ਇਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਊਗਾ। ਸਾਨੂੰ ਇਹ ਬਿਲਕੁਲ ਵਿਸ਼ਵਾਸ ਨਹੀਂ ਸੀ ਮੋਦੀ ਸਰਕਾਰ, ਕਿਉਂਕਿ ਹਿੰਦੂਆਂ ਦੀ ਸਰਕਾਰ ਹੈ। ਫਿਰ ਵੀ ਅਸੀਂ ਸ਼ਿਵ ਸੈਨਾ ਹਿੰਦ ਇਸ ਦਾ ਵਿਰੋਧ ਕਰਦੀ ਹੈ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਾਡਾ ਪ੍ਰਦਰਸ਼ਨ ਜਾਰੀ ਰਹੂਗਾ ਜਦ ਤੱਕ ਇਹਨੂੰ ਫਾਂਸੀ ਦੀ ਸਜ਼ਾ ਨਹੀਂ ਹੁੰਦੀ। ਇਹਨੂੰ ਫਾਂਸੀ ਸਜ਼ਾ ਨਹੀਂ ਦਿੱਤੀ ਗਈ, ਸਾਡਾ ਪੂਰੇ ਪੰਜਾਬ 'ਚ ਖਾਲਿਸਤਾਨ ਦੇ ਪੁਤਲੇ ਫੂਕਾਂਗੇ, ਰੋਸ ਪ੍ਰਦਰਸ਼ਨ ਕਰਾਂਗੇ, ਮੰਗ ਪੱਤਰ ਦੇਵਾਂਗੇ, ਅਨਸ਼ਨ ਤੇ ਬੈਠਾਂਗੇ। इस दौरान शिवसेना हिंद दे लीडर अमित अरोड़ा ने कहा कि राजोआणा की फांसी की सज़ा नूं उम्र कैद च तब्दील नहीं किया जाना चाहिए। इस मौके उन्होंने राजोआणा ते मोदी सरकार खिलाफ खुल के पड़ास कढ़ी ते मोदी सरकार ते दोष लगाया कि वह वोटां दे लालच आतंकवादी नूं छड़ रहे ने। अमित का कहना है कि मोदी भी हिंदू है, जिस कारण उस तो यह उम्मीद नहीं सी। हमारे साथ हमारे मान योग बड़े भाई योगेश बख्शी राष्ट्रीय उपाध्यक्ष लुधियाना से, संदीप वर्मा जी पंजाब अध्यक्ष, और मेरे जितने शिव सैनिक भाई जो कि अपनी जान हथेली पर लेकर चलते हैं, ना कि वो किसी आतंकवादियों से डरते हैं। हमारा जो मुद्दा आज पंजाब पुलिस ने
हमारा साथ क्या देना था, हमारे साथ नाइंसाफ़ी की, आतंकवाद का हमने पुतला फूंकना था, जो कि हमें मना कर दिया गया, दबाव डाला गया हमारे ऊपर। क्या सरकार इनके साथ मिली हुई है? एक राजूवाणा आतंकी जिसने हमारे पूर्व मुख्यमंत्री बेअंत सिंह जी का जिसने हत्या की थी, उसकी मोदी सरकार चंद वोटों के लिए सज़ा माफ़ करवा रही है, उसकी फांसी माफ़ करवा रही है। और मैं भी एक आतंकवाद पीड़ित हूँ, जो कि हमारा मुद्दा, हम उसकी फांसी कभी भी माफ़ नहीं होने देंगे। मैं मोदी सरकार से पूछता हूँ, क्या आपको बब्बर खालसा की आतंकी की फ़ौज चाहिए, उसकी सुरक्षा चाहिए, जो उसकी आप माफ़ी मांग रहे हो, माफ़ी मंगवा रहे हो? हमारा मेन मुद्दा ये है कि हम उसकी कभी भी फांसी माफ़ नहीं होने देंगे। और हम सरकार से अपील भी करेंगे, गृह मंत्रालय से भी लेटर डालेंगे कि हम उसकी फांसी के लिए अनशन पर भी बहुत जल्दी मैं बैठूंगा, 2-3 दिन में प्रोग्राम करके अनशन पर बैठूंगा। और हमारी फुल तैयारी है हम सरकार को घेरने के लिए। जो भी हमारे शिव सैनिक भाई हमारे साथ, योगेश बख्शी जी, संदीप वर्मा जी, अनुराग पंडित जी, ये एक आतंकवाद पीड़ित हैं। विरोधी पार्टियां मतलब उनका है वोट बैंक। हमारा शिवसेना का कोई वोट बैंक नहीं है, हमारा एक धार्मिक संगठन है। उनका वोट बैंक, उन्होंने वोटों की राजनीति करनी है, हमने वोटों की राजनीति नहीं करनी। ना हम ये चाहेंगे कि हमारे पंजाब का माहौल ख़राब हो। अगर वो आतंकवादी बाहर आएगा तो हमारे पंजाब का माहौल ख़राब होगा, वो हम कभी भी नहीं होने देंगे। राजूवाणा को हम फांसी पर चढ़वा कर रहेंगे। हम सरकार से अपील करेंगे, चाहे हमें सुप्रीम कोर्ट का दरवाज़ा खटखटाना पड़े। बेशक श्रोमणी अकाली दल ते बीजेपी ਦੇ ਹਰਿਆਣਾ ਵਾਲੀ ਨਾਰਾਜ਼ਗੀ ਭੁਲਾਉਂਦੇ ਹੋਏ ਪੰਜਾਬ ਵਿੱਚ ਹੋ ਰਹੀਆਂ 4 ਜ਼ਿਮਨੀ ਚੋਣਾਂ ਮਿਲ ਕੇ ਲੜਨ ਦਾ ਐਲਾਨ ਕੀਤਾ ਹੈ, ਪਰ ਦੋਵਾਂ ਪਾਰਟੀਆਂ ਦੇ ਵਰਕਰ ਦੁਚਿੱਤੀ 'ਚ ਨੇ। ਹੇਠਲੇ ਪੱਧਰ ਦੇ ਵਰਕਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਇੱਕ ਦੂਜੇ ਖਿਲਾਫ ਇੰਨੀ ਤਿੱਖੀ ਬਿਆਨਬਾਜ਼ੀ ਮਗਰੋਂ ਹੁਣ ਇਕੱਠੇ ਕਿਵੇਂ ਚੱਲਿਆ ਜਾ ਸਕਦਾ ਹੈ। बेशक श्रोमणी अकाली दल ते बीजेपी की हरियाणा च यारी टुट चुकी है ते तीखी बयानबाजी जारी है, पर श्रोमणी अकाली दल ते बीजेपी ने हरियाणा वाली नाराजगी भुलाते हुए पंजाब च हो रही 4 जिमनी चोणां मिलकर लड़न का ऐलान किया, जिस कारण दोवां पार्टियां दे वर्कर दुचित्ती च ने। जी हाँ, मिलिया मीडिया रिपोर्टां मुताबिक हेठले पद्धर के वर्करां नूं समझ नहीं आ रही कि एक दूजे खिलाफ इन्नी तिखी बयानबाजी करन तो बाद यह इकट्ठे किवें चल सकते हैं। ਇੱਥੇ ਹੀ ਦੱਸਣਾ ਬਣਦਾ ਹੈ ਕਿ ਦੋਵੇਂ ਪਾਰਟੀਆਂ ਦੇ ਸੀਨੀਅਰ ਲੀਡਰਾਂ ਨੇ ਫੈਸਲਾ ਕੀਤਾ ਹੈ ਕਿ ਜਿਮਨੀ ਚੋਣਾਂ ਦੇ ਮੱਦੇਨਜ਼ਰ ਇੱਕ ਦੂਜੇ ਵਿਰੁੱਧ ਬੇਲੋੜੀ ਬਿਆਨਬਾਜ਼ੀ ਨਹੀਂ ਕੀਤੀ ਜਾਵੇਗੀ, ਕਿਉਂਕਿ ਇਸ ਨਾਲ ਆਮ ਵੋਟਰਾਂ ਤੇ ਮਾੜਾ ਅਸਰ ਪੈ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦੋਵਾਂ ਪਾਰਟੀਆਂ ਵਿਚਾਲੇ ਹਰਿਆਣਾ 'ਚ ਗੱਠਜੋੜ ਨਾ ਹੋਣ ਮਗਰੋਂ ਤਣਾਅ ਵੱਧ ਗਿਆ ਹੈ, ਜਿਸ ਕਰਕੇ ਫਗਵਾੜਾ ਤੇ ਮੁਕੇਰੀਆ ਹਲਕਿਆਂ 'ਚ ਬੀਜੇਪੀ ਉਮੀਦਵਾਰਾਂ ਦੇ ਹੱਕ 'ਚ ਡਟਣ ਤੋਂ ਅਕਾਲੀ ਵਰਕਰ ਪਾਸਾ ਵੱਟ ਰਹੇ ਨੇ, ਜਿਹਦੇ ਚੱਲਦਿਆਂ ਬੀਜੇਪੀ ਤਣਾਅ 'ਚ ਸੀ। ਇਸ ਲਈ ਸ਼ਨੀਵਾਰ ਨੂੰ ਦੋਵਾਂ ਪਾਰਟੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਫਗਵਾੜਾ ਤੇ ਮੁਕੇਰੀਆ ਹਲਕਿਆਂ 'ਚ ਜਿੱਥੇ ਵੀ ਬੀਜੇਪੀ ਲੀਡਰ ਅਕਾਲੀ ਵਰਕਰਾਂ ਦੀ ਡਿਊਟੀ ਲਗਾਉਣ ਨੂੰ ਕਹਿਣਗੇ, ਉੱਥੇ ਹੀ ਅਕਾਲੀ ਦਲ ਦੇ ਵਰਕਰ ਡਟ ਜਾਣਗੇ। ਬੇਸ਼ੱਕ ਸੀਨੀਅਰ ਲੀਡਰਸ਼ਿਪ ਇੱਕ ਦੂਜੇ ਖਿਲਾਫ ਪੜਾਸ ਕੱਢ ਕੇ ਸ਼ਾਂਤ ਹੋ ਗਈ ਹੈ, ਪਰ ਆਮ ਵਰਕਰਾਂ ਨੂੰ ਇਹ ਗੱਲ ਹਜ਼ਮ ਹੁੰਦੀ ਨਜ਼ਰ ਨਹੀਂ ਆ ਰਹੀ। ਹਰਿਆਣਾ 'ਚ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਖਿਲਾਫ ਚੋਣ ਲੜਨ ਦਾ ਅਸਰ ਸਿੱਧਾ ਪੰਜਾਬ 'ਚ ਦੋਵਾਂ ਪਾਰਟੀਆਂ ਦੇ ਗੱਠਜੋੜ ਤੇ ਪੈ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਪੂਰਾ ਸਾਥ ਦਿੰਦੀ ਹੈ ਜਾਂ ਫਿਰ ਨਹੀਂ। ਇਹਨਾਂ ਦੇ ਵਰਕਰ ਦਿਲ 'ਚ ਕੁਝ ਹੋਰ ਤੇ ਮੂੰਹ 'ਚ ਕੁਝ ਹੋਰ ਰੱਖ ਰਹੇ ਨੇ। ਇਹ ਤਾਂ ਆਉਣ ਵਾਲਾ ਚੋਣਾਂ ਦਾ ਨਤੀਜਾ ਹੀ ਦੱਸੇਗਾ। ਫਰੀਦਕੋਟ ਦੇ ਕੋਟਕਪੂਰਾ ਤੇ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਹਾਲ ਮਾੜਾ ਹੈ। जी हाँ, मिली जानकारी मुताबिक 2 पत्रकार कवरेज करन ले जा रहे थे कि अचानक सामने तो कुछ अणपछाते नकाबपोश लोगों ने उन्होंने तेजधार हथियार नाल हमला कर दिता। उधर इस घटना कारण पूरा पत्रकार भाईचारा अग बबूला होया पिया, जिस कारण उन्होंने पुलिस नूं धमकी दी है कि आरोपियों नूं जल्द तो जल्द गिरफ्तार करन, नहीं तां धरना नुमाइश की जाएगी। इस मौके कुलतार सिंह संधवा भी उन्होंने दे हक च उतरे। ਪੰਜਾਬ 'ਚ ਗੁੰਡਾਗਰਦੀ ਇੰਨੀ ਵੱਧ ਗਈ ਹੈ ਕਿ ਇੱਥੇ ਹੁਣ ਆਮ ਲੋਕ ਤਾਂ ਕੀ ਮੀਡੀਆ ਵਾਲੇ ਵੀ ਸੁਰੱਖਿਅਤ ਨਹੀਂ। ਲੋਕ ਦਿਨ ਦਿਹਾੜੇ ਸ਼ਰੇਆਮ ਕੁੱਟ ਮਾਰ ਕੇ ਚਲੇ ਜਾਂਦੇ ਨੇ ਤੇ ਸਾਡਾ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਧਰੀ ਬੈਠਾ ਰਹਿੰਦਾ ਹੈ। ਦਰਿੰਦਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹਨਾਂ ਨੂੰ ਕਿਸੇ ਦਾ ਖੌਫ ਨਹੀਂ ਤੇ ਕਾਨੂੰਨ ਤਾਂ ਹੋਟੇ 'ਚ ਜਾਂਦੇ ਨੇ।
ਗੁੰਡੇ ਘਟਨਾਵਾਂ ਨੂੰ ਅੰਜਾਮ ਦੇ ਫਰਾਰ ਹੋ ਜਾਂਦੇ ਨੇ ਤੇ ਸਾਡਾ ਕਾਨੂੰਨ ਕਰਦਾ ਹੈ ਤਾਂ ਸਿਰਫ ਜਾਂਚ। ਇਸ ਵਾਰ ਇਹਨਾਂ ਗੁੰਡਿਆਂ ਦਾ ਸ਼ਿਕਾਰ ਹੋਏ 2 ਪੱਤਰਕਾਰ। ਮਿਲੀ ਜਾਣਕਾਰੀ ਮੁਤਾਬਕ 2 ਪੱਤਰਕਾਰ ਕਵਰੇਜ ਕਰਨ ਲਈ ਜਾ ਰਹੇ ਸੀ ਕਿ ਅਚਾਨਕ ਸਾਹਮਣੇ ਤੋਂ ਕੁਝ ਅਣਪਛਾਤੇ ਨਕਾਬਪੋਸ਼ ਲੋਕਾਂ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦੇਖੋ ਗੁੰਡਿਆਂ ਦਾ ਸ਼ਿਕਾਰ ਹੋਏ ਪੱਤਰਕਾਰਾਂ ਦੀਆਂ ਕੁਝ ਤਸਵੀਰਾਂ। ਇਸ ਮੌਕੇ ਕੀ ਕਹਿਣਾ ਹੈ ਗੁੰਡਿਆਂ ਦੇ ਸ਼ਿਕਾਰ ਹੋਏ ਪੱਤਰਕਾਰ ਦਾ, ਆਓ ਦੇਖਦੇ ਹਾਂ। ਮੈਂ ਅੱਜ ਮੋਗਾ ਰੋਡ ਤੋਂ ਸਾਈਡ ਤੇ ਲਿੰਕ ਰੋਡ ਹੈ ਸ਼ੈਲਰਾਂ ਨੂੰ ਜਾਂਦੀ, ਮੈਂ ਉਧਰੋਂ ਆ ਰਿਹਾ ਸੀਗਾ। ਮੇਰੇ ਨਾਲ ਮੇਰਾ ਦੋਸਤ JR ਅਸ਼ੋਕ ਫਾਸਟਵੇ ਦਾ ਪੱਤਰਕਾਰ ਆ, ਉਹ ਅਸੀਂ ਦੋਨੋਂ ਸੀਗੇ। ਤੇ ਜਦੋਂ ਮੇਨ ਰੋਡ ਤੇ ਚੜ੍ਹਨ ਤੋਂ ਥੋੜੀ ਦੇਰ ਪਹਿਲਾਂ ਹੀ 2 ਮੋਟਰਸਾਈਕਲਾਂ ਤੇ ਸਵਾਰ 4 ਜਣੇ ਮੂੰਹ ਬੰਨੇ ਹੋਏ ਸੀ, ਜਿਨ੍ਹਾਂ ਦੇ ਨੰਬਰ ਪਲੇਟਾਂ ਲੱਥੀਆਂ ਹੋਈਆਂ ਸੀ। ਉਹਨਾਂ ਨੇ ਸਾਨੂੰ ਰੋਕ ਕੇ ਤੇ ਇੱਕੋ ਦਮ ਹੀ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਲਾਠੀਆਂ ਤੇ। ਉਹਨਾਂ ਕੋਲੇ ਉਹ ਸੀਗੇ ਹਾਕੀਆਂ ਸੀਗੀਆਂ, ਉਹਨਾਂ ਨੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਉਹਨਾਂ ਨੇ JR ਅਸ਼ੋਕ ਦੇ ਸਿਰ 'ਚ ਮਾਰੀ ਹਾਕੀ ਤੇ ਉਹਦਾ ਸਿਰ ਪਾੜਤਾ। ਮੇਰੇ ਉਹਨਾਂ ਨੇ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਅੱਗੇ ਹੱਥ ਕਰ ਲਿਆ, ਮੇਰੇ ਹੱਥਾਂ ਤੇ ਵੱਜੀਆਂ, ਮੇਰੇ ਛਾਤੀ ਤੇ ਉਹਨਾਂ ਨੇ ਹਾਕੀਆਂ ਮਾਰੀਆਂ। ਔਰ ਮੈਂ ਜਦੋਂ ਰੌਲਾ ਪਾਇਆ ਤੋਂ ਸੜਕ ਤੋਂ ਜਾਂਦੇ ਲੋਕ ਰੁਕ ਗਏ, ਉਹਨਾਂ ਨੂੰ ਦੇਖ ਕੇ ਉਹ ਮੋਟਰਸਾਈਕਲ ਭਜਾ ਕੇ ਲੈ ਗਏ ਜੀ। ਇਹ ਕਾਫੀ ਦੇਰ ਤੋਂ ਜਿਹੜਾ ਕੋਟਕਪੂਰਾ ਦੇ ਪੱਤਰਕਾਰਾਂ ਤੇ ਹਮਲੇ ਹੁੰਦੇ ਆ ਰਹੇ ਆ, ਕਿਤੇ ਕਿਸੇ ਤੇ ਹਮਲਾ, ਕਿਤੇ ਕਿਸੇ ਤੇ ਹਮਲਾ, ਕੋਈ ਨਾ ਕੋਈ ਵਾਰਦਾਤ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਵਾਰਦਾਤਾਂ ਬਹੁਤ ਜ਼ਿਆਦਾ ਵੱਧ ਗਈਆਂ। ਲੁੱਟਾਂ ਖੋਹਾਂ ਇੰਨੀਆਂ ਕੁ ਹੋ ਗਈਆਂ, ਮੂੰਹ ਬੰਨ੍ਹ ਕੇ ਹੀ ਅਣਪਛਾਤੇ ਬੰਦੇ ਆਉਂਦੇ ਆ, ਲੁੱਟ ਕੇ ਉਹ ਜਾਂਦੇ ਆ, ਕੁੱਟਮਾਰ ਕਰਕੇ ਉਹ ਚਲੇ ਜਾਂਦੇ ਆ। ਕਈਆਂ ਆਮ ਵਪਾਰੀਆਂ ਨੂੰ ਵੀ ਕੁੱਟਮਾਰ ਕਾਫੀ ਦਿਨਾਂ ਤੋਂ ਹੋ ਰਹੀ ਹੈ, ਪਰ ਕੋਈ ਹਾਲੇ ਤੱਕ ਕੋਈ ਕਿਸੇ ਤੇ ਕਾਰਵਾਈ ਨਹੀਂ, ਕੋਈ ਫੜਿਆ ਨਹੀਂ ਗਿਆ ਜੀ। 2:30 ਵਜੇ ਦੇ ਅਸੀਂ ਇੱਥੇ ਸਾਡੇ ਨਾਲ ਇਹ ਵਾਰਦਾਤ ਹੋਈ ਹੈ। 2:30 ਵਜੇ ਅਸੀਂ 2:45 ਵਜੇ ਦੇ ਕਰੀਬ ਅਸੀਂ DSP ਸਾਹਿਬ ਨੂੰ ਵੀ ਫੋਨ ਕੀਤਾ, SHO ਸਾਹਿਬ ਨੂੰ ਵੀ ਫੋਨ ਕੀਤਾ, ਪਰ ਹਾਲੇ ਤੱਕ ਕੋਈ ਨਹੀਂ ਸਾਡੇ ਕੋਲੇ ਆਇਆ ਜੀ। ਕੀ ਮੰਨਦੇ ਹੋ ਤੁਸੀਂ ਵੀ ਕੋਈ ਨਿੱਜੀ ਰੰਜਿਸ਼ ਹੋ ਸਕਦੀ ਹੈ ਜਾਂ ਸਿੱਧੇ ਤੌਰ ਤੇ ਪੱਤਰਕਾਰੀ ਜਿਹੜੇ ਖੇਤਰ ਦੇ ਵਿੱਚ ਉਹ ਤੇ ਜਾਂਦੀ? ਸਰ, ਇਹ ਸਾਡੇ ਨਿਸ਼ਪਕਸ਼ ਜਿਹੜੀ ਅਸੀਂ ਪੱਤਰਕਾਰੀ ਕਰ ਰਹੇ ਹਾਂ, ਜਿਹੜੀ ਅਸੀਂ ਲੋਕਾਂ ਦੇ ਸਾਹਮਣੇ ਅਸੀਂ ਲੋਕਾਂ ਦੀਆਂ ਜੋ ਘਟਨਾਵਾਂ ਵਾਪਰ ਰਹੀਆਂ, ਪੁਲਿਸ ਦੇ ਵੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਵੀ ਅਸੀਂ ਜਿਹੜੀ ਖਬਰਾਂ ਚੱਕ ਰਹੇ ਹਾਂ। ਹੋ ਸਕਦਾ ਵੀ ਸਾਡੇ ਤੇ ਕਿਸੇ ਨੇ ਇਸ ਕਰਕੇ ਹਮਲਾ ਕੀਤਾ ਹੋਵੇ ਵੀ ਇਹ ਖਬਰਾਂ ਕਿਉਂ ਚੱਕਦੇ ਆ, ਕਿਉਂ ਇਹ ਨਸ਼ਰ ਕਰੀ ਜਾਂਦੇ। ਇਹ ਪੱਤਰਕਾਰੀ ਦੀ ਆਜ਼ਾਦੀ ਤੇ ਹਮਲਾ ਹੋ ਰਿਹਾ। ਪੱਤਰਕਾਰਾਂ ਨੂੰ ਦਬਾਉਣ ਦੀ ਸਾਨੂੰ ਤਾਂ ਅੱਗੇ ਤੋਂ ਵੀ ਹੁਣ ਡਰ ਹੈ ਵੀ ਸਾਡੇ ਤੇ ਕੱਲ੍ਹ ਨੂੰ ਕੋਈ ਹੋਰ ਜਾਨਲੇਵਾ ਹਮਲਾ ਨਾ ਹੋ ਜਾਏ ਤੇ ਸਾਡੀ ਤਾਂ ਜਾਨ ਨੂੰ ਖਤਰਾ ਹੈ ਜੀ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਵੀ ਇਹ ਜਲਦ ਤੋਂ ਜਲਦ ਇਹ ਜਿਹੜੀ ਗੁੰਡਾਗਰਦੀ ਹੋ ਰਹੀ ਹੈ, ਵੱਧ ਰਹੀ ਹੈ ਪੰਜਾਬ ਦੇ ਵਿੱਚ, ਸਾਡੇ ਸ਼ਹਿਰ 'ਚ ਤਾਂ ਖਾਸ ਕਰਕੇ ਕੋਟਕਪੂਰੇ 'ਚ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਦਿਨ ਬ ਦਿਨ ਇਹ ਘਟਨਾਵਾਂ ਵਾਪਰ ਰਹੀਆਂ, ਵੀ ਇਹਨਾਂ ਤੇ ਨੱਥ ਪਾਈ ਜਾਵੇ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ। ਉਧਰ ਪੱਤਰਕਾਰ ਭਾਈਚਾਰਾ ਇਸ ਘਟਨਾ ਦੀ ਨਿਖੇਧੀ ਕਰ ਰਿਹਾ ਹੈ ਤੇ ਉਹਨਾਂ ਨੇ ਪੁਲਿਸ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਆਰੋਪੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਉਹ ਥਾਣੇ ਦਾ ਘਿਰਾਓ ਕਰਨਗੇ ਤੇ ਪ੍ਰਦਰਸ਼ਨ ਕਰਨਗੇ। ਮਾਣਾ ਸਾਹਿਬ, ਇਹ ਪਹਿਲੇ ਦਿਨ ਦੀ ਘਟਨਾ ਨਹੀਂ, ਪਿਛਲੇ ਅਸੀਂ 2 ਮਹੀਨਿਆਂ ਤੋਂ ਦੇਖ ਰਹੇ ਹਾਂ। ਸ਼ਹਿਰ ਦੇ ਵਿੱਚ ਕਿਸੇ ਧੀ ਭੈਣ ਦੀ ਚੈਨੀ ਖਿੱਚ ਲਈ, ਕਿਸੇ ਦਾ ਮੋਬਾਈਲ ਖੋਲਿਆ, ਕਿਸੇ ਦਾ ਪਰਸ ਖੋਲਿਆ। ਕੋਈ ਦਿਨ ਨਹੀਂ ਜਾਂਦਾ ਜਿੱਦੇ ਕਿਸੇ ਘਰ ਦਾ ਜਿੰਦਰਾ ਨਾ ਟੁੱਟੇ ਜਾਂ ਕਿਸੇ ਦੁਕਾਨ ਦਾ ਸ਼ਟਰ ਨਾ ਟੁੱਟੇ। ਅੱਜ ਸਾਡੇ ਪੱਤਰਕਾਰ ਭਰਾਵਾਂ ਤੇ ਹਮਲਾ ਹੋਇਆ, ਜਾਨਲੇਵਾ ਹਮਲਾ ਹੋਇਆ। ਇਹ ਪੱਤਰਕਾਰਾਂ ਤੇ ਹਮਲਾ ਨਹੀਂ, ਇਹ ਲਿਖਣ ਦੀ ਤੇ ਬੋਲਣ ਦੀ ਆਜ਼ਾਦੀ ਤੇ ਹਮਲਾ ਹੈ। ਕੁਝ ਦਿਨ ਪਹਿਲਾਂ ਹੀਰਾ ਸਿੰਘ ਨਗਰ ਵਿਖੇ ਇੱਕ ਦੁਕਾਨਦਾਰ ਬੈਠਾ ਹੈ, ਦੁਕਾਨ ਦੇ ਵਿੱਚ ਬੈਠੇ ਦੁਕਾਨਦਾਰ ਦੇ ਕੰਨ ਤੇ ਮੋਬਾਈਲ ਲਾ ਕੇ ਲੁਟੇਰੇ ਰਿਵਾਲਵਰ ਲਾ ਕੇ 95,000 ਰੁਪਏ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ। ਉਸ ਤੋਂ ਬਾਅਦ ਜੈਤੋ ਰੋਡ ਤੇ ਵੀ ਇੱਕ ਦੁਕਾਨਦਾਰ ਦੇ ਗੋਲੀ ਚਲਾਈ ਗਈ। ਉਹ ਗੋਲੀ ਉਹਦੇ ਕੋਲ ਦੀ ਲੰਘ ਗਈ, ਕੰਧ 'ਚ ਵੱਜੀ, ਉਹ ਬਚ ਗਿਆ, ਪਰ ਉਹਨੂੰ ਲੁੱਟ ਕੇ ਲੈ ਗਏ 22,000 ਰੁਪਈਆ ਸ਼ਰੇਆਮ ਦੁਕਾਨ ਤੋਂ। ਇੱਕ ਦੁਕਾਨ ਤੇ ਬੈਠਾ ਦੁਕਾਨਦਾਰ ਸੁਰੱਖਿਅਤ ਨਹੀਂ, ਘਰ ਦੇ ਵਿੱਚ ਬੈਠਾ ਘਰ ਦਾ ਮਾਲਕ ਸੁਰੱਖਿਅਤ ਨਹੀਂ। ਇਸ ਤਰ੍ਹਾਂ ਦੀਆਂ ਘਟਨਾਵਾਂ 2 ਵਾਪਰੀਆਂ ਨੇ। ਟੀਟੂ ਦੀ ਹੱਟੀ ਹੈ ਸਾਡੇ ਇੱਥੇ ਮਸ਼ਹੂਰ, ਰਾਸ਼ਟਰੀ ਰਾਜ ਮਾਰਗ ਨੰਬਰ 15 ਤੇ ਸਥਿਤ ਹੈ। ਉੱਥੇ ਇੰਨੀ ਆਵਾਜਾਈ ਦੇ ਬਾਵਜੂਦ ਨਕਾਬਪੋਸ਼ ਲੁਟੇਰੇ ਕਾਰ 'ਚ ਆਉਂਦੇ ਨੇ ਤੇ ਇਸੇ ਤਰ੍ਹਾਂ ਜਿਵੇਂ ਸਾਡੇ ਪੱਤਰਕਾਰ ਭਰਾਵਾਂ ਤੇ ਹਮਲਾ ਕੀਤਾ ਗਿਆ, ਉਹਨਾਂ ਤੇ ਜਾਨਲੇਵਾ ਹਮਲਾ ਹੁੰਦਾ ਹੈ। ਮੈਂ DSP ਬਲਕਾਰ ਸਿੰਘ ਸੰਧੂ ਨੂੰ ਤੇ ਉਸ ਵੇਲੇ SHO ਜਤਿੰਦਰ ਸਿੰਘ ਸੀ, ਮੈਂ ਉਹਨਾਂ ਨੂੰ ਕਿਹਾ ਵੀ ਪੁਲਿਸ ਕੁਛ ਕਰੇ, ਨਹੀਂ ਤਾਂ ਸਾਨੂੰ ਕੋਈ ਕਾਰਵਾਈ ਕਰਨੀ ਪਊਗੀ। ਉਸ ਤੋਂ ਬਾਅਦ ਇੱਕ ਪਿੰਕੀ ਤੇ ਪਾਲੀ 2 ਭਰਾ ਨੇ ਪਲਾਈਆਂ ਵਾਲੇ, ਉਹਨਾਂ 'ਚੋਂ ਜਿਹੜਾ ਪਾਲੀ ਆ ਉਹਦੇ ਤੇ ਵੀ ਇਸੇ ਤਰ੍ਹਾਂ ਜਾਨਲੇਵਾ ਹਮਲਾ ਹੋਇਆ। ਉਹ ਵੀ ਕਾਰ ਸਵਾਰ ਨਕਾਬਪੋਸ਼, ਉਹਨਾਂ ਨੇ ਇਸੇ ਤਰ੍ਹਾਂ ਬੇਸਬਾਲਾਂ ਨਾਲ ਉਹਦੇ ਤੇ ਹਮਲਾ ਕੀਤਾ। ਮੈਂ ਉਦੋਂ DSP ਤੇ SHO ਨੂੰ ਫਿਰ ਕਿਹਾ, ਮੈਂ ਕਿਹਾ ਜੇ ਪੱਤਰਕਾਰ
ਕੱਲ ਨੂੰ ਲਿਖਦੇ ਨੇ। ਸਥਾਪਤੀ ਦੇ ਵਿਰੋਧ ਦੇ ਵਿੱਚ ਲਿਖਣਾ ਕਿਸੇ ਕਿਸੇ ਪੱਤਰਕਾਰ ਦਾ ਕੰਮ ਹੈ। ਫਿਰ ਪੱਤਰਕਾਰ ਕਿਵੇਂ ਸੁਰੱਖਿਅਤ ਹੋਣਗੇ ਜੇਕਰ ਅੱਜ ਪੁਲਿਸ ਪ੍ਰਸ਼ਾਸਨ ਇਹਦੇ ਵਿਰੁੱਧ ਕੋਈ ਸਖਤ ਐਕਸ਼ਨ ਨਹੀਂ ਲੈਂਦਾ। ਅਸੀਂ ਪੱਤਰਕਾਰਾਂ ਨੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਜੇ ਪੁਲਿਸ ਨੇ ਉਹਨਾਂ ਗੁੰਡਾ ਅਨਸਰਾਂ ਨੂੰ ਕਾਬੂ ਨਾ ਕੀਤਾ, ਜ਼ਿਲ੍ਹੇ ਭਰ ਦੇ ਪੱਤਰਕਾਰ ਕੋਟਕਪੂਰੇ ਥਾਣੇ ਦਾ ਘਿਰਾਓ ਕਰਨਗੇ। ਦੇਖੋ, ਸਾਡਾ ਕੰਮ ਹੈ ਰੋਲਾ ਪਾਉਣਾ, ਲੋਕਾਂ ਨੂੰ ਦੱਸਣਾ, ਪੁਲਿਸ ਦੀ ਨਲਾਇਕੀ ਬਾਰੇ ਅਸੀਂ ਦੱਸਾਂਗੇ। ਜੇਕਰ ਪੁਲਿਸ ਉਹਨਾਂ ਗੁੰਡਾ ਅਨਸਰਾਂ ਨੂੰ ਨਹੀਂ ਫੜਦੀ ਤੇ ਬਿਹਾਰ ਤੇ ਯੂਪੀ ਨਾਲੋਂ ਕੀ ਫਰਕ ਰਹਿ ਗਿਆ ਕੋਟਕਪੂਰੇ ਦਾ? ਅੱਜ ਕੋਟਕਪੂਰੇ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਉਹ ਇੰਨੀ ਨਾਜ਼ੁਕ ਹੋ ਚੁੱਕੀ ਹੈ, ਕੋਈ ਸੁਰੱਖਿਅਤ ਨਹੀਂ। ਜੇਕਰ ਪੱਤਰਕਾਰ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕ ਦੀ ਸੁਰੱਖਿਆ ਦਾ ਅਸੀਂ ਕਿਵੇਂ ਯਕੀਨ ਕਰ ਲਈਏ? ਉਧਰ ਦੂਜੇ ਪਾਸੇ ਕੋਟਕਪੂਰਾ ਦਾ ਵਿਧਾਇਕ ਕੁਲਤਾਰ ਸਿੰਘ ਸੰਧਮਾ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਤੇ ਕੈਪਟਨ ਸਰਕਾਰ ਨੂੰ ਖੂਬ ਲਾਂਤਾਂ ਪਾਈਆਂ ਤੇ ਨਾਲ ਹੀ ਪੁਲਿਸ ਨੂੰ ਵੀ ਅੜੇ ਹੱਥੀ ਲਿਆ। ਪਿਛਲੇ 2-3 ਮਹੀਨੇ ਤੋਂ ਵੈਸੇ ਤਾਂ ਪੰਜਾਬ ਦਾ ਹੀ ਇਹ ਹਾਲ ਹੈ, ਲੇਕਿਨ ਸਾਡਾ ਸ਼ਹਿਰ ਕੋਟਕਪੂਰਾ ਇਸ ਤਰ੍ਹਾਂ ਇੱਕ ਮਤਲਬ ਆਤੰਕ ਦਾ ਕੇਂਦਰ ਜਿਹਾ ਬਣ ਗਿਆ। 5 ਘਟਨਾਵਾਂ ਅਸੀਂ ਤੁਹਾਨੂੰ ਗਿਣਾ ਸਕਦੇ ਹਾਂ ਜਿਹੜੀਆਂ ਹੋ ਗਈਆਂ ਔਰ ਉਹਨਾਂ ਦਾ ਕੋਈ ਹਜੇ ਤੱਕ ਸੁਰਾਗ ਨਹੀਂ ਲੱਭਿਆ। ਔਰ 2 ਤਾਂ ਸ਼ਰੇਆਮ ਮਤਲਬ ਇੱਥੇ ਤੁਸੀਂ ਕੰਨਪੱਟੀ ਤੇ ਗੰਨ ਲਾ ਕੇ 95,000 ਰੁਪਏ ਇੱਧਰੋਂ ਪਹਿਲਾਂ ਮੋਂਗਾ ਜੀ ਤੋਂ ਫਾਈਨਾਂਸ ਵਾਲੇ ਤੋਂ ਲੁੱਟਿਆ ਔਰ 2 ਦਿਨ ਪਹਿਲਾਂ ਸ਼ਰਮਾ ਜੀ ਦੀ ਜਿਹੜੇ ਜੈਕਵਾਰ ਦਾ ਜਿਹੜਾ ਸ਼ੋਰੂਮ ਹੈ ਉੱਥੋਂ 22,000 ਉੱਥੇ ਫਾਇਰ ਵੀ ਕੀਤਾ। ਲੇਕਿਨ ਪੁਲਿਸ ਦੇ ਮਤਲਬ ਕੰਨ ਤੇ ਜੂੰ ਨਹੀਂ ਸਰਕ ਰਹੀ। ਇੱਕ ਪੁਲਿਸ ਦਾ ਡਰ ਚਾਹੀਦਾ, ਪੁਲਿਸ ਕੰਮ ਨਹੀਂ ਆਪਣਾ ਕਰ ਰਹੀ। ਅੱਜ ਹੁਣ ਜੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਖੁੱਲ੍ਹੇਆਮ ਮਤਲਬ ਇਸ ਤਰ੍ਹਾਂ ਇਹਨਾਂ ਦੇ ਹਮਲੇ ਹੋਣ ਲੱਗ ਪਏ ਤੇ ਫਿਰ ਇੱਥੇ ਕੌਣ ਰਿਪੋਰਟਿੰਗ ਕਰੂਗਾ? ਅਸੀਂ ਮਤਲਬ ਆਪਦੇ ਘਰਾਂ 'ਚ ਅਸੀਂ ਇਹਦਾ ਮਤਲਬ ਸੁਰੱਖਿਅਤ ਨਹੀਂ ਹਾਂ। ਸੋ ਇਹ ਬੜਾ ਸੀਰੀਅਸ ਇਸ਼ੂ ਹੈ। ਇਹਦੇ ਬਾਰੇ ਸਾਡੇ ਪੱਤਰਕਾਰ ਭਰਾਵਾਂ ਨੇ ਵੀ ਗੱਲ ਕੀਤੀ ਔਰ ਮੈਂ ਵੀ ਕਹਿੰਦਾ ਵੀ ਕੱਲ੍ਹ ਸਵੇਰ 10 ਵਜੇ ਅਸੀਂ ਐਸਐਸਪੀ ਫਰੀਦਕੋਟ ਦਾ ਦਫ਼ਤਰ ਘੇਰਾਂਗੇ ਜੇ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ। ਹੁਣ ਤੱਕ ਕਿਸੇ ਵੀ ਮਤਲਬ 5 ਇੰਸੀਡੈਂਟ ਦੇ ਵਿੱਚ ਇੱਕ ਇੰਸੀਡੈਂਟ ਦੇ ਵਿੱਚ ਵੀ ਤੁਸੀਂ ਕੁਝ ਨਹੀਂ ਕਰ ਸਕੇ। ਔਰ ਇੰਨੀ ਸਾਡੀ ਨਫਰੀ ਹੈ ਇੱਥੇ ਪੁਲਿਸ ਦੀ, ਇੰਨੇ ਅਫਸਰ ਹੈ, ਮਤਲਬ ਐਡਾ ਇੰਟੈਲੀਜੈਂਸ ਦਾ ਨੈਟਵਰਕ ਹੈ, ਸਾਰਾ ਕੁਝ ਇਹਨਾਂ ਨੂੰ ਪਤਾ ਹੁੰਦਾ ਹੋਇਆ ਇਹ ਕੀ ਪੁਲਿਸ ਆਪ ਕਰਾ ਰਹੀ ਹੈ? ਜੇ ਨਹੀਂ ਫੜਦੇ ਤਾਂ ਮਤਲਬ ਇਹਨਾਂ ਦਾ ਇਹਦੇ ਵਿੱਚ ਹੱਥ ਹੈ, ਕਿਉਂਕਿ ਜਿਹੜਾ ਮੀਡੀਆ ਉਹ ਪੁਲਿਸ ਦੀ ਨਾਕਾਮੀ ਦੇ ਵਿਰੁੱਧ ਖਬਰਾਂ ਲਾਉਂਦਾ। ਸੋ ਇਹ ਚੀਜ਼ ਦੇਖਣ ਵਾਲੀ ਹੈ ਜੀ। ਦੇਖੋ ਜੀ, ਇਹ ਪੁਲਿਸ ਦੀ ਜਿਹੜੀ ਪ੍ਰੋਫੈਸ਼ਨਲ ਅਪਰੋਚ ਨਹੀਂ ਰਹੀ। ਇਹ ਤਾਂ ਸਿਰਫ ਤੇ ਸਿਰਫ ਅਫਸਰਾਂ ਦੇ ਘਰਾਂ 'ਤੇ ਲੀਡਰਾਂ ਦੇ ਘਰਾਂ 'ਤੇ ਮਤਲਬ ਉਹਨਾਂ ਦੀ ਸਿਕਿਉਰਿਟੀ ਵਾਸਤੇ ਹੋ ਗਏ। ਆਮ ਬੰਦੇ ਤੇ ਸਿਕਿਉਰਿਟੀ ਕੋਈ ਨਹੀਂ ਇੱਥੇ। ਇੱਕ ਪੱਤਰਕਾਰ ਇੱਕ ਸਾਡਾ ਮਤਲਬ ਲੋਕਤੰਤਰ ਦਾ ਸਤੰਭ ਹੈ। ਇੱਕ ਪੱਤਰਕਾਰ ਦੇ ਮਨ 'ਚ ਵੀ ਜੇ ਡਰ ਪੈ ਗਿਆ ਤਾਂ ਫਿਰ ਕਿੱਥੋਂ ਸਾਡਾ ਲੋਕਤੰਤਰ ਬਚੂਗਾ? ਇਹ ਬਹੁਤ ਜ਼ਿਆਦਾ ਇਹ ਸੀਰੀਅਸ ਮਤਲਬ ਇਹਦੇ 'ਚ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰ ਰਿਹਾ, ਮੈਂ ਇੱਕ ਦਰਦ ਵਿਅਕਤ ਕਰ ਰਿਹਾ। ਜਿਹੜੇ ਇਹ ਬਿੱਟੇ ਹੋਰੀ ਮੇਰੇ ਭਰਾ ਨੇ, ਇਹ ਸਾਰੇ ਮੇਰੇ ਭਰਾਵਾਂ ਦੇ ਲੱਗੀ ਆ। ਉਹ ਸ਼ਰਮਾ ਜੀ ਜਿਨ੍ਹਾਂ 'ਤੇ ਗੋਲੀ ਚੱਲੀ ਉਹ ਮੇਰੇ ਭਰਾ। ਉਹ ਜੇ ਥੋੜੀ ਜਿਹੀ ਗੋਲੀ ਇੱਧਰ ਹੋ ਜਾਂਦੀ ਤਾਂ ਮਾਰੇ ਗਏ ਸੀ। ਇਹਦਾ ਮਤਲਬ ਜਿਹੜੇ ਸ਼ਰੇਆਮ ਇੱਥੇ 3 ਲੰਘਦੇ ਆ ਫੜ ਕੇ ਇਹਨਾਂ ਦਾ ਚਲਾਨ ਕਰੋ। ਮੈਂ ਕਹਿੰਦਾ ਜਿਹੜੇ ਬੰਦੇ ਮੂੰਹ ਬੰਨ ਕੇ ਜਾਂਦੇ ਪੁਲਿਸ ਕਿਉਂ ਨਹੀਂ ਫੜਦੀ ਉਹਨਾਂ ਨੂੰ? ਇੱਥੇ ਡਰ ਹੀ ਨਹੀਂ ਹੈ ਕਿਸੇ ਦਾ। ਸੋ ਪੁਲਿਸ ਨੂੰ ਆਪਦਾ ਕੰਮ ਕਰਨਾ ਪਏਗਾ ਤੇ ਨਹੀਂ ਫਿਰ ਅਸੀਂ ਕਰਵਾਉਣਾ ਜਾਣਦੇ ਹਾਂ। ਅਸੀਂ ਯਾਰ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੁੰਦੀ ਹੈ। 10 ਵਜੇ ਇੰਸੀਡੈਂਟ ਹੁੰਦਾ ਤੇ 4 ਵਜੇ ਐਸਐਸਪੀ ਜਾਂਦਾ। ਉਹੀ ਹਾਲ ਇੱਥੇ ਹੈ। ਮਤਲਬ ਲੋਕਾਂ ਨੂੰ ਤਾਂ ਇਹ ਕੁਝ ਸਮਝਦੇ ਨਹੀਂ ਨਾ। ਜੇ ਇਹੀ ਕੰਮ ਕਿਸੇ ਲੀਡਰ ਦੇ ਨਾਲ ਹੋਇਆ ਤਾਂ ਉਦੋਂ ਹੀ ਹੁਣੇ ਪਹੁੰਚ ਜਾਂਦੇ। ਇਹ ਕਿਸੇ ਅਫਸਰ ਦੇ ਘਰੇ ਹੋਇਆ ਹੁੰਦਾ ਉਦੋਂ ਹੀ ਪਹੁੰਚ ਜਾਂਦੇ। ਸੋ ਆਪਾਂ ਨੂੰ ਇਕੱਠੇ ਹੋ ਕੇ ਇਹ ਸੁੱਤਿਆ ਹੋਇਆ ਪ੍ਰਸ਼ਾਸਨ ਇਹਨੂੰ ਜਗਾਉਣਾ ਪਏਗਾ। ਔਰ ਕੱਲ੍ਹ 10 ਵਜੇ ਮੈਂ ਆਪਣੇ ਪੱਤਰਕਾਰ ਭਰਾਵਾਂ ਦਾ ਸਾਥ ਦੇਵਾਂਗਾ ਔਰ ਮੈਂ ਨਾਲ ਜਾਊਂਗਾ ਔਰ ਐਸਐਸਪੀ ਦਫ਼ਤਰ ਫਰੀਦਕੋਟ ਅਸੀਂ ਘੇਰਾਂਗੇ। ਲਗਾਤਾਰ 30 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਚੱਲ ਰਹੇ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਦੇ ਹੱਕ 'ਚ ਜੇਲ੍ਹ ਤੇ ਬਾਹਰ ਧਰਨੇ ਦੀ ਕਮਾਂਡ ਅੱਜ ਹਜ਼ਾਰਾਂ ਦੀ ਗਿਣਤੀ 'ਚ ਠਾਠਾਂ ਮਾਰਦੇ ਔਰਤਾਂ ਦੇ ਇਕੱਠ ਨੇ ਸੰਭਾਲੀ। ਪੰਜਾਬ ਭਰ ਤੋਂ ਸੰਘਰਸ਼ੀਲ ਸੰਗਠਨਾਂ ਦੀਆਂ ਔਰਤਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਬਰਨਾਲਾ ਦੀ ਸਬ ਜੇਲ੍ਹ ਤੋਂ ਬਾਹਰ ਲੱਗੇ ਧਰਨੇ 'ਚ ਸ਼ਾਮਲ ਹੋਈਆਂ। ਮਾਮਲਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਣ ਦੇ ਵਿਰੋਧ ਹੈ। ਇਹ ਦਿਨੋ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ।
ਤਿਆਰ। ਜੋ ਸਾਡੀ ਧੀਆਂ ਭੈਣਾਂ ਨਾਲ ਧੱਕੇ ਹੋ ਰਹੇ ਨੇ ਉਹਦੇ ਨਾਲ ਸਾਡਾ ਖੂਨ ਵਗ ਰਿਹਾ ਹੈ। ਜੋ ਬੱਚੀ ਨਾਲ ਹੋਇਆ ਸਾਡੇ ਖੂਨ ਨੂੰ ਬਹੁਤ ਉਬਾਲਾ ਖਾਧਾ ਗਿਆ। ਅਸੀਂ ਕਹਿੰਦੇ ਵੀ ਸੁਰੱਖਿਆ ਹੋਵੇ, ਅਸੀਂ ਧਰਨੇ ਲਾਵਾਂਗੇ, ਅਸੀਂ ਆਪਦੇ ਗਲ ਵੀ ਵੜਵਾਵਾਂਗੇ, ਅਸੀਂ ਮਾਤਾ ਗੁਜਰੀ ਮੰਗੂ। ਇਹਨੂੰ ਸਾਨੂੰ ਲਹਿਰ ਉੱਠੀ ਹੋਈ ਹੈ। ਅੱਜ ਤੋਂ 15 ਸਾਲ ਮੇਰਾ ਸਹੁਰਾ ਸਾਹਿਬ ਇਸ ਧਰਨੇ ਉੱਤੇ ਆ ਰਹੇ ਸੀ। ਮੈਂ ਜੋ ਪੇਪਰ ਪੜ੍ਹਿਆ ਇਹ ਕਰ ਗਿਆ, ਘਰੇ ਗਏ ਨੂੰ ਪੇਪਰ ਨੂੰ ਪੜ੍ਹਿਆ ਤਾਂ ਮੇਰੇ ਖੂਨ ਨੇ ਉਬਾਲਾ ਖਾਧਾ। ਮੈਂ ਅੱਜ ਬੜੇ ਧੱਕੇ ਸ਼ਾਹੀ ਨਾਲ ਘਰੋਂ ਆਈ ਵੀ ਮੈਂ ਜਾ ਕੇ ਧਰਨੇ ਉੱਤੇ ਉੱਥੇ ਧਰਨਾ ਲਾਉਣਾ ਤਾਂ ਜਾਣ ਦੀ ਲੋੜ, ਅਸੀਂ ਜਾਣ ਵੀ ਦੇਵਾਂਗੇ। ਇਹ ਗੁੰਡੇਗਰਦੀਆਂ ਨੂੰ ਖਤਮ ਹੋਣਾ ਚਾਹੀਦਾ ਹੈ। ਇਹ ਰਲ ਮਿਲ ਕੇ ਸਰਕਾਰਾਂ ਨੇ ਸਾਨੂੰ ਬਹੁਤ ਕਮਜ਼ੋਰ ਕਰ ਦਿੱਤਾ, ਸਾਡੇ ਪੁੱਤਰ ਦੀ ਜਾਨ ਨਾਸ਼ ਕਰ ਦਿੱਤਾ, ਸਾਡੀ ਇੱਜ਼ਤ ਦਾ ਫਾਇਦਾ ਉਠਾ ਰਹੇ ਨੇ ਇਕੱਠੇ। ਨਹੀਂ ਹੁੰਦੀ ਕੀ ਕਰੋਗੇ? ਅਸੀਂ ਧਰਨੇ ਲਾਵਾਂਗੇ, ਧਰਨੇ ਲਾਵਾਂਗੇ ਜੀ। ਲਗਾਤਾਰ ਚੱਲ ਰਿਹਾ ਤੁਹਾਡਾ? ਹਾਂਜੀ ਹਾਂ, 30 ਤਰੀਕ ਦਾ ਚੱਲ ਰਿਹਾ ਜੀ। ਹਾਂ ਅੱਗੇ ਜੀ, ਅੱਗੇ ਅਸੀਂ ਜੇ ਸਾਨੂੰ ਜੇਲ੍ਹ ਪਹੁੰਚਾਂਗੇ, ਅਸੀਂ ਜੇਲ੍ਹ 'ਚ ਪਹੁੰਚਾਂਗੇ, ਅਸੀਂ ਜੇਲ੍ਹ ਦੇ ਵਿੱਚ ਹੀ ਪਹੁੰਚਾਂਗੇ, ਅਸੀਂ ਪਿੱਛੇ ਨਹੀਂ ਹਟਣਾ। ਜਿਹਦਾ ਜਿਹੜਾ ਇੱਥੇ ਸਾਡੇ ਇੱਥੇ ਇਕੱਠੇ ਹੋਣ ਦਾ ਮਕਸਦ ਆ ਤੇ ਅੱਜ ਜਿਹੜਾ ਦਿਨ ਸੀ ਅਸੀਂ ਸਪੈਸ਼ਲ ਔਰਤਾਂ ਲਈ ਹੀ ਰੱਖਿਆ ਸੀਗਾ ਤੇ ਸਾਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੀਆਂ ਇਨਸਾਫ ਪਸੰਦ ਔਰਤਾਂ ਨੇ ਉਹ ਆਈਆਂ ਹੋਈਆਂ ਨੇ ਤੇ ਕੁਝ ਆਪ ਮਹਾਰਾ ਇਕੱਠ ਵੀ ਆਇਆਗਾ ਕਿਉਂਕਿ ਜੋ ਇੱਥੇ ਇਕੱਠ ਦਾ ਸਾਡਾ ਮਕਸਦ ਹੈ ਉਹ ਅਸੀਂ ਲਗਾਤਾਰ 30 ਤਰੀਕ ਤੋਂ ਬੈਠੇ ਆ ਤੇ ਇਹ ਸੁਪਰੀਮ ਕੋਰਟ ਨੇ ਜਾਂ ਹੇਠਲੀਆਂ ਕੋਰਟਾਂ ਨੇ ਜਿਹੜੀਆਂ ਬਾਈ ਮਨਜੀਤ ਨੇਰ ਨੂੰ ਹੱਕੀ ਕੈਦ ਦੀ ਸਜ਼ਾ ਕੀਤੀ ਹੈ ਤੇ ਉਹ ਅੱਜ ਵੀ ਸਿੱਖਾਂ ਪਿੱਛੇ ਬੰਦ ਨੇ ਤੇ ਆ ਮੇਰੇ ਸੱਜੇ ਹੱਥ ਜੇਲ੍ਹ ਹੈ ਉਹਦੇ ਵਿੱਚ ਬੰਦ ਨੇ ਤੇ ਲੋਕਾਂ ਦਾ ਜਿਹੜਾ ਗੁੱਸਾ ਗਾ ਜਿੱਦਣੇ ਦਾ ਬਾਈ ਮਨਜੀਤ ਨੇਰ ਅੰਦਰ ਹੋਇਆ ਤੇ ਉਹ ਵੱਧਦਾ ਹੀ ਜਾ ਰਿਹਾ ਤੇ ਇਹ ਉਹਨਾਂ ਦੇਰ ਤੱਕ ਹੀ ਇੱਥੇ ਜਿਹੜਾ ਮੋਰਚਾ ਸਾਡਾ ਉਹ ਵੀ ਪੱਕਾ ਚੱਲੂਗਾ ਤੇ ਸਾਡੀਆਂ ਜਿਹੜੀਆਂ ਭੈਣਾਂ ਨੇ ਇਹ ਅੱਜ ਦੀ ਜੋ ਇਕੱਠ ਹੈਗਾ ਇਸ ਤੋਂ ਵੀ ਹੋਰ ਵੱਧਦੇ ਜਾਣਗੇ ਤੇ ਚਾਹੇ ਸਰਕਾਰਾਂ ਨੂੰ ਇਹ ਭੁਲੇਖਾ ਗਾ ਵੀ ਸ਼ਾਇਦ ਇਹ ਮੂਹਰੇ ਕੰਮ ਦੀ ਰੁੱਤ ਆ ਰਹੀ ਆ ਤੇ ਇਹ ਇੱਥੋਂ ਮਤਲਬ ਵੀ ਉੱਠ ਖੜਨਗੇ ਪਰ ਨਹੀਂ ਪਰ ਅਸੀਂ ਇੱਥੇ ਤਹਈਆ ਕਰਕੇ ਸਾਡੀ ਜਿਹੜੀ ਸੰਘਰਸ਼ ਕਮੇਟੀ ਆ 42 ਜਥੇਬੰਦੀਆਂ ਦਾ ਇਕੱਠ ਹੈਗਾ ਤੇ 42 ਤੋਂ ਹੋਰ ਵੀ ਮਤਲਬ ਵਿੱਚ ਸ਼ਾਮਲ ਹੋ ਰਹੀਆਂ ਨੇਗੀਆਂ ਤੇ ਉਹਨਾਂ ਦਾ ਤਹਈਆ ਕਰਕੇ ਸਾਰਾ ਜੋ ਵੀ ਸੰਘਰਸ਼ ਕਮੇਟੀ ਫੈਸਲਾ ਕਰਕੇ ਬੈਠੀ ਆ ਤੇ ਅਸੀਂ ਇਹ ਜਿਹੜਾ ਮੋਰਚਾ ਗਾ ਉਦੋਂ ਤੱਕ ਹੀ ਜਾਰੀ ਰੱਖਾਂਗੇ ਜਦੋਂ ਅਸੀਂ ਆਪਣੇ ਮਨਜੀਤ ਨੇਰ ਨੂੰ ਜਿਹੜਾ ਲੋਕਾਂ ਦਾ ਆਗੂ ਆ ਖਾਸ ਕਰਕੇ ਜਿਹੜਾ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਦਾ ਆਗੂ ਆ ਤੇ ਉਹਨੂੰ ਅਸੀਂ ਸਿੱਖਾਂ ਦੇ ਪਿੱਛੋਂ ਬਾਹਰ ਨਹੀਂ ਲੈ ਆਉਂਦੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।